ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। NRI ਵਰਡ ਦੇ ਵਿੱਚ ਸਵਾਗਤ। ਅਸੀਂ ਅੱਜ ਗੱਲ ਕਰਾਂਗੇ ਕੁਝ ਇੰਟਰਨੈਸ਼ਨਲ ਮਸਲਿਆਂ ਦੀ, ਭਾਰਤ ਦੇ ਮਸਲਿਆਂ ਦੀ ਤੇ ਪੰਜਾਬ ਦੇ ਮਸਲਿਆਂ ਦੀ, ਜਿਹਦੇ ਉੱਤੇ ਖਾਸ ਨਜ਼ਰ ਹੈ ਸਾਡੇ NRI ਭਾਈਚਾਰੇ ਦੀ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸੰਜੀਵ ਗੁਪਤਾ ਜੀ, ਜੋ ਕਾਰਪੋਰੇਟ ਟ੍ਰੇਨਰ ਨੇ ਔਰ ਇਕਨੋਮੀ ਹੋਵੇ, ਪੋਲਿਟਿਕਸ ਹੋਵੇ ਜਾਂ ਸੋਸ਼ਲ ਲਾਈਫ ਹੋਵੇ, ਹਰ ਖੇਤਰ ਦੇ ਉੱਤੇ ਆਪਣੀ ਬਾਜ਼ ਅੱਖ ਰੱਖਦੇ ਨੇ। ਵੈਲਕਮ ਟੂ NRI ਵਰਡ ਸੰਜੀਵ ਜੀ। ਥੈਂਕ ਯੂ ਯਸ਼ ਜੀ। ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਇਸ ਪ੍ਰੋਗਰਾਮ ਤੇ ਬੁਲਾਉਣ ਦਾ ਤੇ ਮੇਰੇ ਵਿਊਜ਼ ਤੁਹਾਡੇ ਨਾਲ ਸਾਂਝੇ ਕਰਨ ਲਈ ਬਹੁਤ ਧੰਨਵਾਦ ਤੁਹਾਡਾ। ਸਾਡੀ ਖੁਸ਼ਕਿਸਮਤੀ। ਸੰਜੀਵ ਜੀ, ਅੱਜ ਦੁਨੀਆ ਦੀ ਨਜ਼ਰ ਹੈ ਕਿ ਜੋ ਸੀਜ਼ ਫਾਇਰ ਹੋ ਚੁੱਕਾ ਹੈ, ਹਮਾਸ, ਇਜ਼ਰਾइल, ਪੈਲਸਟੀਨ, ਇਹ ਸਾਰਾ ਮਾਮਲਾ ਮਹੀਨੇ ਤੋਂ ਉੱਤੇ ਹੋ ਗਿਆ ਪੱਖੇ ਨੂੰ ਔਰ ਸੀਜ਼ ਫਾਇਰ ਹੈ ਔਰ 2 ਦਿਨਾਂ ਵਾਸਤੇ ਹੋਰ ਵਧਾ ਦਿੱਤਾ ਗਿਆ ਹੈ ਤਾਂ ਕਿ ਜੋ ਕੈਦੀ ਨੇ, ਬੰਦਕ ਨੇ, ਉਹ ਆ ਵੀ ਸਕਣ, ਜਾ ਵੀ ਸਕਣ ਆਪਣੇ ਆਪਣੇ ਘਰ ਪਰਿਵਾਰ ਦੇ ਵਿੱਚ, ਔਰ ਇਹਦੀ ਪੂਰੀ ਬੰਦੋਬਸਤ ਕਰਦੀ ਪਈ ਹੈ ਸਰਕਾਰ। ਸੋ ਕੀ ਦੇਖਦੇ ਹੋ ਫਿਊਚਰ ਕਿ ਇਹ ਸੀਜ਼ ਫਾਇਰ ਪਰਮਾਨੈਂਟ ਹੋ ਸਕਦਾ ਹੈ? ਇਹ 2 ਨੇਸ਼ਨ ਥਿਊਰੀ ਕਿ ਪੈਲਸਟੀਨ ਨੂੰ ਉਹਦਾ ਇਲਾਕਾ ਤੇ ਇਜ਼ਰਾइल ਨੂੰ ਉਹਦਾ ਇਲਾਕਾ ਦੇ ਦਿੱਤਾ ਜਾਵੇ, ਜੋ ਯੂਨਾਈਟਿਡ ਨੇਸ਼ਨਸ ਨੇ ਪ੍ਰਪੋਜ਼ਲ ਦਿੱਤਾ ਹੋਇਆ, ਔਰ ਅਮਰੀਕਾ ਇਹਦੇ ਵਿੱਚ ਇੰਟਰਵੀਨ ਕਰਕੇ ਇਸ ਮਾਮਲੇ ਨੂੰ ਸੁਲਝਾ ਸਕਦਾ ਹੈ, ਜਾਂ ਫਿਰ ਇਹ ਸੀਜ਼ ਫਾਇਰ ਤੋਂ ਬਾਅਦ ਮੁੜ ਤੋਂ ਜੰਗ ਸ਼ੁਰੂ ਹੋ ਜਾਣੀ ਹੈ ਔਰ ਅਣਮਿੱਥੇ ਸਮੇਂ ਲਈ, ਕੁਝ ਪਤਾ ਨਹੀਂ ਕਦੋਂ ਤੱਕ ਇਹ ਰਿਟੈਲੀਏਟ ਕਰਦੇ ਰਹਿਣ ਇੱਕ ਦੂਜੇ ਦੇ ਉੱਤੇ। ਸੰਜੀਵ ਜੀ ਜੀ, ਬਹੁਤ ਚੰਗੀ ਡਿਵੈਲਪਮੈਂਟ ਹੋਈ ਹੈ ਜਿਹੜੀ ਕਿ ਸੀਜ਼ ਫਾਇਰ ਦੋਨਾਂ ਕੰਟਰੀਜ਼ ਦੇ ਵਿੱਚ ਹੋਇਆ। ਹਮਾਸ ਨੇ ਵੀ ਸੀਜ਼ ਫਾਇਰ ਦਾ ਪੂਰਾ ਜਿਹੜਾ ਜੋ ਵੀ ਕੰਡੀਸ਼ਨ ਸੀ ਉਹਨਾਂ ਨੂੰ ਫੋਲੋ ਕਰ ਰਹੇ ਨੇ। ਤੇ ਦੇਖੋ, ਗੱਲ ਇਹ ਹੈ ਕਿ ਕਦੀ ਵੀ ਜਿਹੜਾ ਭਿੜਤ ਹੁੰਦੀ ਹੈ 2 ਕੰਟਰੀਜ਼ ਦੇ ਵਿੱਚ, 2 ਕਮਿਊਨਿਟੀਜ਼ ਦੇ ਵਿੱਚ, ਤੇ ਉਹਦਾ ਜਿਹੜਾ ਹੱਲ ਹੈ ਉਹ ਤੇ ਗੱਲਬਾਤ ਨਾਲ ਹੀ ਨਿਕਲਦਾ ਹੈ। ਲੜਾਈ ਕਰਕੇ ਇੱਕ ਦੂਜੇ ਦੀ ਜਨਤਾ ਦੀ ਜਾਨਾਂ ਲੈ ਕੇ, ਸਮਾਨ ਬੰਬ ਸੁੱਟ ਕੇ, ਇੰਫਰਾਸਟ੍ਰਕਚਰ ਖਰਾਬ ਕਰਕੇ ਕਦੀ ਵੀ ਸੋਲੂਸ਼ਨ ਨਹੀਂ ਨਿਕਲਦਾ। ਬਹੁਤ ਚੰਗੀ ਡਿਵੈਲਪਮੈਂਟ ਹੈ ਜਿਹੜਾ ਕਿ ਸੀਜ਼ ਫਾਇਰ ਇਹਨਾਂ ਨੇ ਕੀਤਾ ਤੇ ਉਹਨੂੰ 2 ਦਿਨ ਹੋਰ ਐਕਸਟੈਂਡ ਕਰਤਾ। ਇਹਦਾ ਮਤਲਬ ਹੈ ਇੱਕ ਦੂਜੇ ਤੇ ਜਿਹੜਾ ਵਿਸ਼ਵਾਸ ਹੈ ਉਹ ਜ਼ਿਆਦਾ ਹੁੰਦਾ ਜਾ ਰਿਹਾ ਹੈ। ਇਹ ਮਸਲਾ ਜਿਹੜਾ ਹਮਾਸ ਦਾ ਤੇ ਇਜ਼ਰਾइल ਦਾ ਬੜਾ ਪੁਰਾਣਾ ਮਸਲਾ ਹੈ, ਲੇਕਿਨ ਕਿਸੇ ਨਾ ਕਿਸੇ ਦਿਨ ਤੇ ਦੋਨਾਂ ਨੂੰ ਆਪਸ 'ਚ ਬੈਠ ਕੇ ਇਹਦਾ ਹੱਲ ਕੱਢਣਾ ਪਏਗਾ, ਚਾਹੇ ਉਹ USA ਵਿੱਚ ਇੰਟਰਵੀਨ ਕਰੇ, ਚਾਹੇ ਅਰਬ ਕੰਟਰੀਜ਼ ਇੰਟਰਵੀਨ ਕਰਨ, ਲੇਕਿਨ ਸੋਲੂਸ਼ਨ ਤਾਂ ਇਹਦਾ ਜੇ ਪਰਮਾਨੈਂਟ ਹੈਗਾ ਤਾਂ ਉਹ ਗੱਲਬਾਤ ਕਰਕੇ ਹੀ ਨਿਕਲੇਗਾ। ਜੀ ਸੰਜੀਵ ਜੀ, ਗੱਲਬਾਤ ਕਰਕੇ ਹੀ ਨਿਕਲੇਗਾ। ਔਰ ਫਿਲਹਾਲ ਤਕਰੀਬਨ 12-13 ਹਜ਼ਾਰ ਜਾਨਾਂ ਜਾ ਚੁੱਕੀਆਂ ਨੇ ਔਰ ਦੋਵਾਂ ਧਿਰਾਂ ਦੀਆਂ ਕਾਫੀ ਜ਼ਿਆਦਾ ਚਿੰਤਾਵਾਂ ਵਧੀਆਂ ਹੋਈਆਂ ਨੇ, ਕਿਉਂਕਿ ਆਮ ਜਨ ਜੀਵਨ, ਆਮ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ। ਯੂਕਰੇਨ, ਰਸ਼ੀਆ ਦੇ ਵਿੱਚ ਅਸੀਂ ਇਹ ਮੰਜ਼ਰ ਦੇਖ ਚੁੱਕੇ ਹਾਂ ਔਰ ਉਸ ਯੁੱਧ ਨੂੰ ਤਾਂ ਸਾਲ ਤੋਂ ਉੱਤੇ ਹੋ ਗਿਆ। ਹੁਣ ਕਹਿੰਦੇ ਨੇ ਕਿ ਉਹਦੇ ਵਿੱਚ ਕੋਈ ਦਮ ਨਹੀਂ, ਉਸ ਮਸਲੇ ਦੇ ਵਿੱਚ ਕੋਈ ਦਮ ਨਹੀਂ, ਹਾਲਾਂਕਿ ਯੂਨਾਈਟਿਡ ਨੇਸ਼ਨਸ ਦੇ ਇੰਟਰਵੀਨ ਉਹਦੇ ਵਿੱਚ ਕਰਦਾ ਪਿਆ ਕਿ ਕਿਸੇ ਤਰ੍ਹਾਂ ਯੁੱਧ ਰੋਕਿਆ ਜਾਵੇ, ਪਰ ਸਾਲ ਹੋ ਗਿਆ, ਕੌਣ ਸੁਣਦਾ ਪਿਆ? USA ਨਾਟੋ ਦੇ ਜ਼ਰੀਏ ਮਦਦ ਕਰਦਾ ਹੈ ਔਰ ਸਟੇਟਮੈਂਟਸ ਆਉਂਦੀਆਂ ਨੇ ਬਾਈਡਨ ਸਾਹਿਬ ਦੀਆਂ ਕਿ ਯੂਕਰੇਨ ਆਪਣੀ ਰੱਖਿਆ ਕਰਦਾ ਪਿਆ, ਆਪਣੀ ਆਜ਼ਾਦੀ ਦੀ ਰੱਖਿਆ ਕਰਦਾ ਪਿਆ, ਔਰ ਸੇਮ ਗੱਲਾਂ ਇੱਧਰ ਵੀ ਆ ਰਹੀਆਂ ਨੇ ਕਿ ਇਜ਼ਰਾइल ਆਪਣੀ ਰਾਖੀ ਕਰਦਾ ਪਿਆ, ਆਪਣੀ ਆਜ਼ਾਦੀ ਦੀ ਰਾਖੀ ਕਰਦਾ ਪਿਆ, ਔਰ ਇੱਥੇ ਵੀ ਹਥਿਆਰ ਦਿੱਤੇ ਜਾ ਰਹੇ ਨੇ। ਸੋ ਇਹ 2 ਪਕੜ ਥਿਊਰੀ ਨਹੀਂ ਲੱਗਦੀ ਕਿ ਇੱਕ ਪਾਸੇ ਤੁਸੀਂ ਸ਼ਾਂਤੀ ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਸੀਂ ਹਥਿਆਰ ਭੇਜਦੇ ਹੋ, ਨਾਲ ਮਨੁੱਖੀ ਸਹਾਇਤਾ ਭੇਜਦੇ ਹੋ, ਪਰ ਜੰਗ ਉੱਥੇ ਦੀ ਉੱਥੇ ਚੱਲਦੀ ਪਈ ਆ। ਚਾਹੇ ਉਹ ਯੂਕਰੇਨ ਤੇ ਰਸ਼ੀਆ ਦੀ ਗੱਲ ਕਰੀਏ, ਚਾਹੇ ਉਹ ਇਜ਼ਰਾइल ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਜੰਗ ਸਟਾਪ ਕਰੇਗੀ ਜਦਕਿ ਵੱਡੇ ਨੇਸ਼ਨਸ ਦਾ ਬਿਜ਼ਨਸ ਹੈ ਵਾਰ? ਸੰਜੀਵ ਜੀ ਜਿੱਥੇ ਤੱਕ ਯੂਕਰੇਨ ਰਸ਼ੀਆ ਦਾ ਸਵਾਲ ਹੈ, ਮੇਰਾ ਖਿਆਲ ਹੈ ਕਿ ਇਹ ਹੁਣ ਸਾਲ ਤੋਂ ਉੱਪਰ ਹੋ ਗਿਆ ਹੈ, ਕੋਈ ਵੀ ਧਿਰ ਜਿਹੜਾ ਉਹ ਆਪਸ 'ਚ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਜਿਵੇਂ ਕਿ ਤੁਸੀਂ ਕਿਹਾ, ਇਹ ਵੱਡੇ ਨੇਸ਼ਨਸ ਦੀ ਬਿਜ਼ਨਸ ਵੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਕਿ ਕੁਝ ਨੇਸ਼ਨਸ, ਕੁਝ ਕੰਟਰੀਜ਼ ਤੇ ਚਾਹੁੰਦੇ ਹੀ ਨਹੀਂ ਕਿ ਇਹ ਵਾਰ ਜਿਹੜੀ ਹੈ ਉਹ ਖਤਮ ਹੋਵੇ, ਲੇਕਿਨ ਇਜ਼ਰਾइल ਹਮਾਸ ਦੀ ਜਿਹੜੀ ਲੜਾਈ ਹੈ ਉਹ ਮੇਰਾ ਖਿਆਲ ਹੈ ਕਿ ਜੇ ਦੋਨੋਂ ਧਿਰ ਇੱਕ ਵਾਰੀ ਸੀਜ਼ ਫਾਇਰ ਤੇ ਪਹੁੰਚ ਗਏ ਨੇ ਤੇ ਆਪਸ 'ਚ ਬੈਠ ਕੇ ਜੇ ਗੱਲਬਾਤ ਕਰਨ ਔਰ ਦੋਨੋਂ ਕੰਟਰੀਜ਼ ਦੇ ਨਾਲ ਕੋਈ ਤੀਸਰਾ ਕੰਟਰੀ ਇੱਕ ਵਿੱਚ ਮੀਡੀਏਟਰ ਦੇ ਰੂਪ 'ਚ ਕੰਮ ਕਰੇ, ਇਹ ਵਾਰ ਨੂੰ ਖਤਮ ਕੀਤਾ ਜਾ ਸਕਦਾ ਹੈ।
ਯੂਕਰੇਨ ਰਸ਼ੀਆ ਵਾਰ ਦੇ ਵਿੱਚ ਹਾਲੇ ਤੱਕ ਸੀਜ਼ ਫਾਇਰ ਦੀ ਗੱਲ ਵੀ ਨਹੀਂ ਹੋਈ, ਲੇਕਿਨ ਇਜ਼ਰਾਈਲ ਹਮਾਸ ਦੇ ਵਿੱਚ ਕਿਉਂਕਿ ਸੀਜ਼ ਫਾਇਰ ਹੋ ਗਿਆ ਹੈ, ਇਹਦਾ ਮਤਲਬ ਕੁਝ ਜਿਹੜਾ ਭਰੋਸਾ ਇੱਕ ਦੂਜੇ ਤੇ ਬਣ ਰਿਹਾ ਹੈ ਕਿ ਅਸੀਂ ਇਸ ਵਾਰ ਨੂੰ ਖਤਮ ਕਰਕੇ ਪਰਮਾਨੈਂਟ ਇੱਕ ਇਹਦਾ ਹੱਲ ਕੱਢੀਏ। ਤੇ ਜੀ ਬਿਲਕੁਲ ਜੀ। ਮੈਨੂੰ ਉਮੀਦ ਹੈ ਕਿ ਜੇ ਇਸੇ ਤਰ੍ਹਾਂ ਦੇ ਨਾਲ ਦੋਨੋਂ ਧਿਰ ਆਪਸ 'ਚ ਗੱਲਬਾਤ ਕਰਦੇ ਰਹਿਣ ਤਾਂ ਸ਼ਾਇਦ ਇਸ ਚੀਜ਼ ਦਾ ਇੱਕ ਹੱਲ ਕੱਢਿਆ ਜਾ ਸਕਦਾ ਹੈ। ਸੰਜੀਵ ਜੀ, ਜੋ ਇੰਟਰਨੈਸ਼ਨਲ ਪੋਲਿਟਿਕਸ ਹੈ, ਜਿਹਨੂੰ ਅਸੀਂ ਜੀਓ ਪੋਲਿਟਿਕਸ ਕਹਿ ਦਿੰਦੇ ਹਾਂ, ਅਕਸਰ ਅਸੀਂ ਇਹ ਗੱਲ ਕਰਦੇ ਹਾਂ ਵਾਰ ਇਜ਼ ਅ ਬਿਜ਼ਨਸ। ਕਈ ਕੰਟਰੀਜ਼ ਦਾ ਤੇ ਸੈਟੇਲਾਈਟ ਇੰਡਸਟਰੀ ਹੈ ਹਥਿਆਰ ਬਣਾਉਣਾ, ਤੇ ਕਾਹਦੇ ਵਾਸਤੇ ਬਣਾਉਂਦੇ ਪਏ ਨੇ? ਵੇਚਣ ਵਾਸਤੇ ਬਣਾਉਂਦੇ ਪਏ ਨੇ, ਔਰ ਉੱਦਾਂ ਦੀਆਂ ਸਿਚੁਏਸ਼ਨਸ ਚਾਹੀਦੀਆਂ ਨੇ। ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਜਿਹੜੇ ਯੂਰਪ ਨੇ ਨੇਸ਼ਨਸ ਨੇ ਔਰ ਇਹਦੀਆਂ ਜਿਹੜੀਆਂ ਇੰਡਸਟਰੀਜ਼ ਨੇ, ਉਹ ਹੈ ਇੱਕ ਤਾਂ ਹਥਿਆਰ, ਦੂਸਰਾ ਹੈ ਮੈਡੀਸਨਸ, ਤੀਸਰਾ ਹੈ ਫੂਡ ਇੰਡਸਟਰੀ। ਕਿ ਫੂਡ ਇੰਡਸਟਰੀ ਦੇ ਰਾਹੀਂ ਇਹ ਬਿਮਾਰ ਕਰਦੇ ਨੇ, ਫਿਰ ਤਾਂ ਹੀ ਇਹਨਾਂ ਦਾ ਬਿਜ਼ਨਸ ਦਵਾਈਆਂ ਵੇਚਣ ਦਾ ਚੱਲਦਾ ਹੈ, ਔਰ ਇੱਕ ਦੂਜੇ ਨੂੰ ਕੰਪਲੀਮੈਂਟਰੀ ਕਰਦੇ ਨੇ ਉਹ ਦੋਵੇਂ ਬਿਜ਼ਨਸ, ਹੈਲਥ ਸੈਕਟਰ ਐਂਡ ਫੂਡ ਇੰਡਸਟਰੀ। ਫਿਰ ਆ ਗਿਆ ਕਿ ਹਰ ਥਾਂ ਦੇ ਉੱਤੇ ਹੌਟ ਸਪੌਟ ਕ੍ਰੀਏਟ ਕਰਕੇ ਰੱਖੋ ਤਾਂ ਕਿ ਜੰਗਾਂ ਛਿੜੀਆਂ ਰਹਿਣ ਤੇ ਨਾਲ ਹਥਿਆਰ ਵੀ ਵਿਕਦੇ ਰਹਿਣ। ਹੁਣ ਦੇਖੋ, ਰਸ਼ੀਆ ਖੜਾ ਹੈ ਚਾਈਨਾ ਦੇ ਬਾਰਡਰ ਤੇ, ਚਾਈਨਾ ਖੜਾ ਹੈ ਇੰਡੀਆ ਦੇ ਬਾਰਡਰ ਤੇ, ਇੰਡੀਆ ਖੜਾ ਹੈ ਪਾਕਿਸਤਾਨ ਦੇ ਬਾਰਡਰ ਤੇ, ਪਾਕਿਸਤਾਨ ਖੜਾ ਹੈ ਅਫਗਾਨਿਸਤਾਨ ਦੇ ਬਾਰਡਰ ਤੇ। ਮਤਲਬ ਇਹ ਹੌਟ ਸਪੌਟਸ ਕ੍ਰੀਏਟ ਹੋਏ ਨੇ। ਅੱਗੇ ਜੇ ਇਹ ਚੇਨ ਮੈਂ ਗੱਲਾਂ ਕਰਦਾ ਰਹਾਂ ਤੇ ਕਾਫੀ ਲੰਬੀ ਚੇਨ ਹੋ ਜਾਏਗੀ। ਇੱਕ ਦੂਜੇ ਦੇ ਉੱਤੇ ਮਤਲਬ ਤੀਲੀ ਲਾਉਣ ਦੀ ਦੇਰ ਹੈ, ਬਾਰੂਦ ਬਿਲਕੁਲ ਵਿਛਿਆ ਹੋਇਆ। ਇਹ ਸਿਚੁਏਸ਼ਨਸ ਨੇ। ਮਤਲਬ ਇਹ ਹੈ ਕਿ ਹਰ ਥਾਂ ਦੇ ਉੱਤੇ ਕੰਡੀਸ਼ਨਸ ਇੱਦਾਂ ਦੀਆਂ ਪੈਦਾ ਕੀਤੀਆਂ ਗਈਆਂ ਨੇ। ਔਰ ਦੂਸਰਾ, ਇਮੋਸ਼ਨਲੀ ਇਨਵੋਲਵ ਕੀਤਾ ਜਾਂਦਾ ਹੈ ਹਰੇਕ ਨੂੰ, ਕਦੇ ਧਰਮ ਦੇ ਨਾਂ ਦੇ ਉੱਤੇ, ਕਦੇ ਏਰੀਆ ਦੇ ਨਾਂ ਦੇ ਉੱਤੇ, ਕਦੇ ਬੋਲੀ ਦੇ ਨਾਂ ਦੇ ਉੱਤੇ, ਕਦੇ ਕਿਸੇ ਜ਼ਾਤ ਕਮਿਊਨਿਟੀ ਦੇ ਨਾਂ ਦੇ ਉੱਤੇ। ਤਮਾਮ ਸੈਂਸਿਟਿਵ ਇਸ਼ੂਜ਼ ਨੂੰ ਲੈ ਕੇ ਉਹ ਵੀ ਭਖਦਾ ਰਹਿੰਦਾ। ਔਰ ਇੱਦਾਂ ਦੇ ਲੀਡਰਸ ਉਹਨਾਂ ਦੇ ਟਿਪਸ ਤੇ ਰਹਿੰਦੇ ਨੇ ਜੋ ਉਹਨਾਂ ਦੀ ਮਦਦ ਕਰ ਸਕਣ, ਔਰ ਇੱਦਾਂ ਦੇ ਇਸ਼ੂਜ਼ ਨੂੰ ਭਖਾ ਕੇ, ਇੱਦਾਂ ਦੇ ਇਸ਼ੂਜ਼ ਨੂੰ ਗਰਮ ਕਰਕੇ ਹੌਟ ਸਪੌਟ ਕ੍ਰੀਏਟ ਕਰਨ ਔਰ ਜੰਗ ਛਿੜ ਸਕੇ, ਇੱਦਾਂ ਦੀ ਕੋਈ ਵੀ ਗੜਬੜ ਪੈਦਾ ਹੋ ਸਕੇ ਕਿ ਇਹਨਾਂ ਦੇ ਬਿਜ਼ਨਸ ਨੂੰ ਸਪੋਰਟ ਮਿਲਦਾ ਰਹੇ। ਸੋ ਇਹ ਦੁਨੀਆ ਦੇ ਲੋਕ ਕਦੋਂ ਸਿਆਣੇ ਹੋਣਗੇ ਔਰ ਕਦੋਂ ਇਹਨਾਂ ਮੁੱਠੀ ਭਰ ਲੋਕਾਂ ਦੀਆਂ ਗੇਮਸ ਨੂੰ ਸਮਝਣਗੇ, ਜੋ ਇੰਟਰਨੈਸ਼ਨਲ ਡੀਪ ਸਟੇਟ ਲੌਬੀ ਹੈ ਆਪਣੀ ਮਰਜ਼ੀ ਦੇ ਮੁਤਾਬਿਕ, ਆਪਣੇ ਬਿਜ਼ਨਸ ਦੇ ਮੁਤਾਬਿਕ ਸਿਚੁਏਸ਼ਨਸ ਕ੍ਰੀਏਟ ਕਰਦੀ ਹੈ। ਆਮ ਲੋਕਾਂ ਨੂੰ ਇਹ ਕਦੋਂ ਸਮਝ ਆਏਗੀ ਕਿ ਅਸੀਂ ਇਹਨਾਂ ਦੇ ਜਾਲ ਵਿੱਚ ਨਾ ਫਸੀਏ? ਕਦੋਂ ਇਕੱਠੇ ਹੋਣਗੇ ਔਰ ਕਦੋਂ ਇਹਨਾਂ ਨੂੰ ਚੈਲੰਜ ਕਰਨਗੇ? ਸੰਜੀਵ ਜੀ, ਯਸ਼ ਜੀ, ਹਾਲਾਂਕਿ ਕਈ ਕੰਟਰੀ ਦੀ ਸਰਕਾਰਾਂ ਇਸ ਗੱਲ ਨੂੰ ਬਿਲੀਵ ਕਰਦੀਆਂ ਕਿ ਲੜਾਈ ਬੰਦ ਕਰਕੇ ਆਪਸ 'ਚ ਗੱਲਬਾਤ ਕਰਕੇ ਕਿਸੇ ਵੀ ਪ੍ਰੋਬਲਮ ਦਾ ਸੋਲੂਸ਼ਨ ਕੱਢਿਆ ਜਾ ਸਕਦਾ ਹੈ। ਲੇਕਿਨ ਜਿਵੇਂ ਕਿ ਤੁਸੀਂ ਕਿਹਾ ਕਿ ਬਹੁਤ ਵੱਡੇ ਵੱਡੇ ਕੰਟਰੀਜ਼ ਇਨਵੋਲਵਡ ਹੈ, ਉਹਨਾਂ ਦਾ ਬਿਜ਼ਨਸ ਇਨਵੋਲਵਡ ਹੈ, ਉਹਨਾਂ ਦੀ ਇਕਨੋਮੀ ਇਸ ਤੇ ਇਨਵੋਲਵਡ ਹੈ ਕਿ ਕਿਤੇ ਨਾ ਕਿਤੇ ਦੁਨੀਆ 'ਚ ਜੰਗ ਛਿੜੀ ਰਹੇ ਤਾਂ ਕਿ ਉੱਥੇ ਅਸੀਂ ਹਥਿਆਰ ਦੇ ਸਕੀਏ ਤੇ ਉੱਥੇ ਅਸੀਂ ਆਪਣਾ ਫੂਡ ਪਹੁੰਚਾ ਸਕੀਏ, ਮੈਡੀਸਨਸ ਪਹੁੰਚਾ ਸਕੀਏ, ਜਿਹਦੇ ਅਸੀਂ ਸਾਡੀ ਇਕਨੋਮੀ ਵੱਧਦੀ ਰਹੇ। ਲੇਕਿਨ ਜੇ ਅਸੀਂ ਆਮ ਜਨਤਾ ਦੀ ਗੱਲ ਕਰੀਏ, ਜੇ ਤੁਸੀਂ ਕੋਈ ਵੀ ਦੋ ਕੰਟਰੀਜ਼ ਲੈ ਲਓ ਤਾਂ ਸ਼ਾਇਦ 90% ਜਨਤਾ ਜਿਹੜੀ ਹੈ ਉਹ ਇਸ ਹੱਕ 'ਚ ਨਹੀਂ ਹੈ ਕਿ ਲੜਾਈ ਹੋਵੇ। ਲੇਕਿਨ ਕਿਉਂਕਿ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਨੇ ਪਾਲਿਸੀ ਡਿਸੀਜ਼ਨਸ ਲੈਣੇ ਨੇ, ਉਹ ਆਪਣੇ ਹਿਸਾਬ ਦੇ ਨਾਲ ਡਿਸੀਜ਼ਨ ਲੈਂਦੇ ਨੇ ਤੇ ਆਮ ਜਨਤਾ ਨੂੰ ਉਹ ਸ਼ਾਇਦ ਉਹ ਥੋੜਾ ਜਿਹਾ ਮਿਸਲੀਡ ਵੀ ਕਰ ਦਿੰਦੇ ਨੇ ਕਿ ਸ਼ਾਇਦ ਸਾਡੇ ਕੰਟਰੀ ਨੂੰ ਖਤਰਾ ਹੈ, ਸਾਡੇ ਲੋਕਾਂ ਨੂੰ ਖਤਰਾ ਹੈ, ਇਸ ਕਰਕੇ ਅਸੀਂ ਦੂਸਰੇ ਕੰਟਰੀ ਦੇ ਨਾਲ ਵਾਰ ਤੇ ਜਾ ਰਹੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਹਾਲੇ ਆਮ ਜਨਤਾ 'ਚ ਇੰਨਾ ਰੋਸ਼ ਹੈ ਕਿ ਉਹ ਆਪਣੇ ਲੀਡਰਾਂ ਦੇ ਅਗੇਂਸਟ ਜਾ ਕੇ ਤੇ ਉਹਨਾਂ ਨੂੰ ਕਵੇ ਕਿ ਤੁਸੀਂ ਲੜਾਈ ਕਿਉਂ ਕਰ ਰਹੇ ਹੋ। ਕਿਉਂਕਿ ਤੁਸੀਂ ਕੋਈ ਵੀ ਕੰਟਰੀ ਲੈ ਲਓ ਜਿਹੜਾ ਪਿੱਛੇ ਆਰਮ ਸਪਲਾਈ ਕਰ ਰਿਹਾ ਹੈ, ਚਾਹੇ ਉਹ ਇਜ਼ਰਾਈਲ ਨੂੰ ਕਰ ਰਿਹਾ ਹੈ, ਚਾਹੇ ਹਮਾਸ ਨੂੰ ਕਰ ਰਿਹਾ ਹੈ, ਚਾਹੇ ਯੂਕਰੇਨ ਨੂੰ ਕਰ ਰਿਹਾ ਹੈ, ਉਹਦੇ ਪਿੱਛੇ ਉਹਦੇ ਆਪਣੇ ਕੰਟਰੀ ਦੀ ਇਕਨੋਮੀ ਇੰਪਰੂਵ ਹੋ ਰਹੀ ਹੈ। ਇਸੇ ਕਰਕੇ ਸ਼ਾਇਦ ਇਜ਼ਰਾਈਲ ਯੂਕਰੇਨ ਰਸ਼ੀਆ ਵਾਰ ਜਿਹੜੀ ਹੈ ਖਤਮ ਹੋਣ ਦੇ ਨੇੜੇ ਤੇੜੇ ਨਹੀਂ ਲੱਗ ਰਹੀ। ਤੁਸੀਂ ਦੇਖੋ, USA ਉਹਨਾਂ ਨੂੰ ਹਥਿਆਰ ਦੇ ਰਿਹਾ ਹੈ, ਇੱਧਰੋਂ ਚਾਈਨਾ ਨੇ ਇੱਧਰੋਂ ਸਪੋਰਟ ਕਰਨਾ ਸ਼ੁਰੂ ਕਰਤਾ ਹੈ ਰਸ਼ੀਆ ਨੂੰ। ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਹਾਲੇ ਤੱਕ ਇਹ ਦਿਲੋਂ ਕਿਹਾ ਹੋਵੇ ਕਿ ਆਪਾਂ ਇਸ ਲੜਾਈ ਨੂੰ ਖਤਮ ਕਰੀਏ। ਐਗਜ਼ੈਕਟਲੀ, ਕਿਉਂਕਿ ਉਹ ਠੀਕ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਗੱਲਾਂ ਹੁੰਦੀਆਂ ਨੇ, ਫਿਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਵੀਟੋ ਪਾਵਰ ਇਸਤੇਮਾਲ ਕਰਦੇ ਨੇ 5 ਕੰਟਰੀਜ਼,
ਔਰ ਉਸ ਤੋਂ ਬਾਅਦ ਗੱਲ ਉੱਥੇ ਹੀ ਹੁੰਦੀ ਹੈ ਕਿ ਜੋ ਉਹ ਫੈਸਲਾ ਲੈਂਦੇ ਨੇ, ਜੋ ਉਹਨਾਂ ਦੇ ਆਪਣੇ ਹੱਕ 'ਚ ਹੈ, ਜੋ ਉਹ ਸਮਝਦੇ ਨੇ ਕਿ ਸਾਨੂੰ ਫਾਇਦਾ ਹੈ, ਉਸ ਹਿਸਾਬ ਨਾਲ ਸਾਰੀ ਕਾਰਵਾਈ ਨੂੰ, ਸਾਰੀ ਗਤੀਵਿਧੀ ਨੂੰ ਇੱਕ ਡਾਇਰੈਕਸ਼ਨ ਦਿੱਤੀ ਜਾਂਦੀ ਹੈ। ਆਮ ਲੋਕ ਉੱਥੋਂ ਦੇ ਉੱਥੇ ਹੀ। ਔਰ ਇਜ਼ਰਾਈਲ ਦੀ ਜੇ ਗੱਲ ਕਰੀਏ ਤਾਂ ਉੱਥੇ ਜੋ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ, ਉਹਨਾਂ ਦੇ ਉੱਤੇ ਕਰਪਸ਼ਨ ਦੇ ਚਾਰजेस ਲੱਗੇ, ਲੋਕ ਉਹਨਾਂ ਦੇ ਵਿਰੁੱਧ ਸੜਕਾਂ ਤੇ ਵੀ ਉਤਰੇ। ਉਹਨਾਂ ਨੇ ਜੁਡੀਸ਼ਰੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ। ਔਰ ਹਮਾਸ ਦਾ ਜੋ ਅਟੈਕ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਸੂਤ ਬਹਿ ਗਿਆ ਔਰ ਉਹਨਾਂ ਦੀ ਜੋ ਕਰਪਸ਼ਨ ਚਾਰजेस ਹੈ ਉਹ ਗੱਲ ਕਿਤੇ ਵਿੱਚ ਹੀ ਰੁਲ ਗਈ ਹੈ। ਹੁਣ ਸਾਰੀ ਅਟੈਂਸ਼ਨ ਜੋ ਹੈ ਉਹ ਆ ਗਈ ਹੈ ਇਸ ਯੁੱਧ ਦੇ ਉੱਤੇ। ਔਰ ਹਸਪੀਟਲਸ ਦਾ ਅਸੀਂ ਹਾਲ ਦੇਖਿਆ ਹੈ, ਆਮ ਲੋਕਾਂ ਦਾ ਅਸੀਂ ਹਾਲ ਦੇਖਿਆ ਹੈ। ਔਰ ਇਜ਼ਰਾਈਲ ਕਹਿੰਦਾ ਕਿ ਹਮਾਸ ਦੇ ਵਿੱਚ ਇੱਕ ਅੰਡਰਗਰਾਊਂਡ ਸਿਟੀ ਵੀ ਹੈ ਜੋ ਫਿਲਿਸਤੀਨ ਦੇ ਵਿੱਚ ਬਣਾਈ ਗਈ ਹੈ, ਔਰ ਸਿਟੀ ਵਿਦਿਨ ਸਿਟੀ ਹੈ, ਔਰ ਅਸੀਂ ਉਹਨਾਂ ਨੂੰ ਤਬਾਹ ਕਰਨਾ ਹੈ, ਅਸੀਂ ਉਹਨਾਂ ਨੂੰ ਸਬਕ ਸਿਖਾਉਣਾ ਹੈ। ਔਰ ਇਸ ਦੇ ਵਿੱਚ ਆਮ ਲੋਕ ਮਰਦੇ ਨੇ। ਔਰ ਅਸੀਂ ਇਹ ਦੇਖਦੇ ਹਾਂ ਗਾਜ਼ਾ ਪੱਟੀ ਦੇ ਵਿੱਚ ਜੋ ਹਾਲ ਹੋਇਆ, ਦੋ ਪਾਸੇ ਸਮੁੰਦਰ ਲੱਗਦਾ ਹੈ, ਇੱਕ ਪਾਸੇ ਇਜ਼ਰਾਈਲ ਲੱਗਦਾ ਤੇ ਇੱਕ ਪਾਸੇ ਇਜਿਪਟ ਦਾ ਛੋਟਾ ਜਿਹਾ ਬਾਰਡਰ ਲੱਗਦਾ, ਜਿੱਥੋਂ ਖੋਲ੍ਹ ਕੇ ਅਸੀਂ ਉਹਨਾਂ ਨੂੰ ਸਹਾਇਤਾ ਪਹੁੰਚਾਉਂਦੇ ਹਾਂ। ਪਰ ਕਿੰਨੀ ਕੁ ਸਹਾਇਤਾ ਪਹੁੰਚਾ ਸਕਾਂਗੇ? ਜੋ ਹਾਲਾਤ ਬਣੇ ਹੋਏ ਨੇ, ਹਰ ਪਾਸੇ ਤੇ ਸੜਕਾਂ ਵੀ ਟੁੱਟੀਆਂ ਪਈਆਂ ਨੇ, ਕੋਈ ਰਾਹ ਨਹੀਂ। ਮਤਲਬ ਚਲੋ ਜੋ ਵੀ ਪਹੁੰਚ ਸਕੇ ਉਹਨਾਂ ਤੱਕ ਯੂਨਾਈਟਿਡ ਨੇਸ਼ਨਸ ਆਪਣੀ ਵੀਟੋ ਪਾਵਰ ਇਸਤੇਮਾਲ ਕਰਕੇ ਉਹਨਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਉਂਦਾ। ਇਹ ਤਮਾਮ ਗੱਲਾਂ ਅਸੀਂ ਬੜੇ ਦਿਨਾਂ ਦੀਆਂ ਡਿਸਕਸ ਕਰਦੇ ਪਏ ਹਾਂ। ਸੋ ਆਊਟਕਮ ਤਾਂ ਇਹੀ ਹੈ ਕਿ ਇੱਕ ਆਮ ਬੰਦਾ ਜਿਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਆਮ ਜੀ ਜ਼ਿੰਦਗੀ, ਇੱਕ ਆਮ ਪਰਿਵਾਰ, ਇੱਕ ਆਮ ਘਰ, ਆਪਣੇ ਬਾਲ ਬੱਚੇ, ਉਹਨਾਂ ਦਾ ਭਵਿੱਖ, ਉਹਨਾਂ ਦਾ ਵਰਤਮਾਨ ਸਭ ਤਬਾਹ ਹੋ ਜਾਂਦਾ ਹੈ। ਔਰ ਆਮ ਲੋਕ, ਇਹ ਅਸੀਂ ਇਤਿਹਾਸ ਵੀ ਦੇਖਦੇ ਹਾਂ, ਹਮੇਸ਼ਾ ਭੁਗਤਦੇ ਨੇ ਇਹ ਮੁੱਠੀ ਪਰ ਜੋ ਲੀਡਰਸ ਨੇ, ਇਹਨਾਂ ਦੀ ਮਨਸ਼ਾ ਸੱਤਾ ਦੇ ਵਿੱਚ ਕਾਇਮ ਰਹਿਣਾ ਹੈ, ਸਾਡੀ ਪੋਲੀਟੀਕਲ ਪਾਵਰ, ਇਹ ਆਪਣੇ ਆਪ ਨੂੰ ਬਣਾ ਕੇ ਰੱਖਣਾ ਚਾਹੁੰਦੇ ਨੇ ਔਰ ਆਮ ਲੋਕਾਂ ਨੂੰ ਇਸਤੇਮਾਲ ਕਰਦੇ ਨੇ। ਕੁਝ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ। ਜਿਹੜੇ ਇੰਟਰਨੈਸ਼ਨਲ ਲਾਜ਼ ਬਣਦੇ ਨੇ, ਇਹ ਕਾਹਦੇ ਵਾਸਤੇ ਬਣਦੇ ਨੇ? ਸਿਰਫ ਦਿਖਾਵੇ ਵਾਸਤੇ, ਫੋਲੋ ਕਰਨ ਵਾਸਤੇ ਨਹੀਂ ਬਣਦੇ। ਸੰਜੀਵ ਜੀ। ਜੀ ਯਸ਼ ਜੀ, ਬਿਲਕੁਲ ਠੀਕ ਕਿਹਾ। ਈਵਨ ਜੇ ਅਸੀਂ ਕਹੀਏ ਕਿ ਯੂਨਾਈਟਿਡ ਨੇਸ਼ਨ ਜਦੋਂ ਬਣਿਆ ਵਰਲਡ ਵਾਰ 2 ਤੋਂ ਬਾਅਦ, ਉਦੋਂ ਇਹ ਉਮੀਦ ਕੀਤੀ ਜਾਂਦੀ ਸੀਗੀ ਕਿ ਸ਼ਾਇਦ ਉਹ ਹਰ ਜਿਹੜੀ ਵਾਰ ਹੈ, ਦੰਗਾ ਹੈ, ਫਸਾਦ ਹੈ, ਉਹਨੂੰ ਰੋਕ ਸਕੇਗਾ। ਲੇਕਿਨ 5 ਕੰਟਰੀਜ਼ ਨੂੰ ਅਸੀਂ ਵੀਟੋ ਪਾਵਰ ਦੇ ਦਿੱਤੀ ਤੇ ਹੁਣ ਯੂਨਾਈਟਿਡ ਨੇਸ਼ਨ ਜਿਹੜਾ ਹੈ ਉਹ 5 ਕੰਟਰੀਜ਼ ਦੇ ਹਿਸਾਬ ਨਾਲ ਚੱਲ ਰਿਹਾ ਹੈ। ਜੇ ਉਸ 'ਚ ਇੱਕ ਵੀ ਕੰਟਰੀ ਨੇ ਕਹਿਤਾ ਕਿ ਮੈਨੂੰ ਇਹ ਮਨਜ਼ੂਰ ਨਹੀਂ ਹੈ, ਤੇ ਯੂਨਾਈਟਿਡ ਨੇਸ਼ਨ ਦੇ ਹੱਥ ਬੰਦ ਜਾਂਦੇ ਨੇ। ਤੇ ਮੈਨੂੰ ਅੱਜ ਦੀ ਪੋਜੀਸ਼ਨ ਦੇਖੋ ਕਿ ਜਿੰਨੀਆਂ ਵੀ ਪਿੱਛੇ ਦੋ ਦੇਸ਼ਾਂ ਦੇ ਵਿੱਚ ਲੜਾਈਆਂ ਹੋਈਆਂ ਨੇ, ਯੂਨਾਈਟਿਡ ਨੇਸ਼ਨ ਦਾ ਰੋਲ ਬਹੁਤ ਘੱਟ ਰਿਹਾ ਹੈ। ਆਪਸ ਦੇ ਵਿੱਚ ਜਾਂ ਤੀਸਰਾ ਕੰਟਰੀ ਕੋਈ ਇੰਟਰਵੀਨ ਕਰੇ, ਉਹਨਾਂ ਨਾਲ ਬਿਠਾਵੇ, ਗੱਲਬਾਤ ਕਰੇ ਤਾਂ ਸ਼ਾਇਦ ਸੋਲੂਸ਼ਨ ਨਿਕਲ ਆਏ। ਪਰ ਯੂਨਾਈਟਿਡ ਨੇਸ਼ਨ ਤੋਂ ਜੇ ਅਸੀਂ ਉਮੀਦ ਕਰੀਏ ਕਿ ਕੋਈ ਪਰਮਾਨੈਂਟ ਹੱਲ ਨਿਕਲੇਗਾ, ਤੇ ਪ੍ਰੈਜ਼ੈਂਟ ਜਿਹੜੀ ਕਨਸਟੀਟਿਊਸ਼ਨ ਹੈ ਯੂਨਾਈਟਿਡ ਨੇਸ਼ਨ ਦੀ, ਉਹਦੇ ਹਿਸਾਬ ਨਾਲ ਉਹਨਾਂ ਦਾ ਕੋਈ ਰੋਲ ਬਹੁਤ ਵੱਡਾ ਨਹੀਂ ਰਹਿ ਗਿਆ। ਜਿੱਥੇ ਤੱਕ ਜਿਹੜੇ ਵੱਡੇ ਵੱਡੇ ਦੇਸ਼ਾਂ ਦਾ ਸਵਾਲ ਹੈ ਕਿ ਉਹ ਸਪੋਰਟ ਕਰਦੇ ਨੇ, ਕਦੀ ਕੋਈ ਇੱਕ ਕੰਟਰੀ ਨੂੰ ਸਪੋਰਟ ਕਰ ਦਿੰਦਾ ਹੈ, ਕਦੀ ਦੂਸਰਾ ਦੂਸਰੇ ਕੰਟਰੀ ਨੂੰ ਸਪੋਰਟ ਕਰ ਦਿੰਦਾ ਹੈ। ਤੇ ਇਹ ਜਿਹੜੇ ਛੋਟੇ ਕੰਟਰੀਜ਼ ਨੇ, ਜਿਵੇਂ ਯੂਕਰੇਨ ਹੈ, ਉਹ ਤੇ ਇੱਕ ਦਾਅ ਪੇਚ ਰਹਿ ਗਿਆ ਹੈ ਰਸ਼ੀਆ ਦੇ ਨਾਲ USA ਦੀ ਲੜਾਈ ਦਾ, ਜਾਂ UK ਉਹਨੂੰ ਸਪੋਰਟ ਕਰ ਰਿਹਾ ਹੈ। ਇੱਧਰੋਂ ਰਸ਼ੀਆ ਨੇ ਚਾਈਨਾ ਦੀ ਹੈਲਪ ਮੰਗ ਲਈ। ਤੇ ਹਾਲਾਂਕਿ ਮੈਂ ਇਹ ਨਹੀਂ ਸਮਝਦਾ ਕਿ ਇਹ ਵਰਲਡ ਵਾਰ 3 ਦੇ ਵਿੱਚ ਕਨਵਰਟ ਹੋ ਜਾਏਗਾ, ਲੇਕਿਨ ਹਾਲਾਤ ਇੰਨੇ ਕੁ ਪੈਦਾ ਹੋ ਗਏ ਨੇ ਕਿ ਜੇ ਕਿਸੇ ਵੀ ਕੰਟਰੀ ਨੇ ਕੋਈ ਵੀ ਨਿਊਕਲੀਅਰ ਅਟੈਕ ਕਰ ਦਿੱਤਾ ਤੇ ਸ਼ਾਇਦ ਦੁਨੀਆ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਸਟਾਰਟਿੰਗ ਦੇ ਵਿੱਚ ਲੀਗ ਆਫ ਨੇਸ਼ਨਸ ਸੀ, ਉਹ ਸਕਸੈਸਫੁਲ ਨਹੀਂ ਹੋ ਸਕੀ। ਫਿਰ ਸੇਮ ਚੀਜ਼ ਨੂੰ ਰਿਵਾਈਜ਼ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਮਤਲਬ 올ਡ ਵਾਈਨ ਇਨ ਨਿਊ ਬੋਟਲ, ਔਰ ਅੱਜ ਉਹ ਵੀ ਸਕਸੈਸਫੁਲ ਨਹੀਂ ਹੈ। ਫਿਰ G7, G20, G21 ਵੀ ਆ ਗਿਆ, ਕਿਉਂਕਿ ਅਫਰੀਕਾ ਦੇ ਕੰਟਰੀਜ਼ ਵੀ ਵਿੱਚ ਮਿਲ ਗਏ ਨੇ ਜਦੋਂ ਭਾਰਤ ਦੇ ਵਿੱਚ G20 ਸੰਮੇਲਨ ਨੂੰ ਹੋਸਟ ਕੀਤਾ ਗਿਆ। ਇਹ ਸਭ ਜੋ ਪਲੇਟਫਾਰਮ ਇੰਟਰਨੈਸ਼ਨਲ ਬਣਦੇ ਪਏ ਨੇ, ਤੁਹਾਨੂੰ ਲੱਗਦਾ ਇਹ ਫਰੂਟਫੁਲ ਹੋ ਸਕਦੇ ਨੇ? ਜੋ ਪਾਸਟ ਐਕਸਪੀਰੀਅੰਸ ਰਿਹਾ ਹੈ ਲੀਗ ਆਫ ਨੇਸ਼ਨਸ ਦਾ ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦਾ, ਅੱਜ G7, G20, G21 ਤਮਾਮ ਇਹ ਪਲੇਟਫਾਰਮਸ, ਹੋਰ ਵੀ ਹੋਣਗੇ ਇੰਟਰਨੈਸ਼ਨਲ ਪਲੇਟਫਾਰਮਸ, ਤੁਹਾਨੂੰ ਲੱਗਦਾ ਕਿ ਸਕਸੈਸਫੁਲ ਹੋ ਸਕਦੇ ਨੇ? ਜੇ ਸਾਡੀ ਨੀਅਤ ਹੀ ਨਹੀਂ ਹੈ ਕੰਮ ਕਰਨ ਦੀ, ਤਾਂ ਇਹ ਪਲੇਟਫਾਰਮ ਬਣਾ ਕੇ, ਰੂਲਸ ਬਣਾ ਕੇ, ਲਾਜ਼ ਬਣਾ ਕੇ ਅਸੀਂ ਕੀ ਖੱਟ ਲੈਣਾ ਜੇ ਸਾਡੀ ਨੀਅਤ ਨਹੀਂ ਹੈ ਕੰਮ ਕਰਨ ਦੀ? ਜੀ ਸੰਜੀਵ। ਜੇ ਆਪਾਂ G20 ਦੀ ਗੱਲ ਕਰੀਏ ਤੇ ਸ਼ਾਇਦ ਇਹਨਾਂ ਦੇ ਪ੍ਰਵਿਊ 'ਚ ਹੀ ਨਹੀਂ ਹੈ ਕਿ ਦੋ ਕੰਟਰੀਜ਼ ਵਾਰ ਹੋ ਰਹੀ ਹੈ ਤੇ ਇਹ ਕੁਝ ਇੰਟਰਵੀਨ ਕਰ ਸਕਣ। ਇਹ G20 ਵਗੈਰਾ ਥੋੜਾ ਜਿਹਾ ਇਕਨੋਮਿਕ ਡਿਵੈਲਪਮੈਂਟ ਲਈ ਜਾਂ ਆਪਸ 'ਚ ਥੋੜੀ ਬਹੁਤ ਟ੍ਰੇਡ ਦੀ ਗੱਲਬਾਤ ਕਰਨ ਲਈ
ਜਾਂ ਜੇ ਅਸੀਂ ਕਹੀਏ ਸਸਟੇਨੇਬਿਲਿਟੀ ਦੀ ਗੱਲਬਾਤ ਕਰਨ ਲਈ ਤੱਕ ਤੇ ਠੀਕ ਹੈਗਾ, ਗੱਲਬਾਤ ਕੀਤੀ ਜਾ ਸਕਦੀ ਹੈ। ਲੇਕਿਨ ਜਦੋਂ ਦੋ ਕੰਟਰੀਜ਼ ਦਾ ਆਪਣਾ ਇੰਟਰਸਟ ਜਿਹੜਾ ਹੈ ਉਹ ਡਿਫਰੈਂਟ ਹੋ ਜਾਂਦਾ ਹੈ ਕਿ ਮੈਂ ਆਪਣੀ ਇਕਨੋਮੀ ਇੰਪਰੂਵ ਕਰਨੀ ਹੈ ਥਰੂ ਵਾਰ, ਥਰੂ ਸੈਲਿੰਗ, ਜੇ ਅਸੀਂ ਕਹੀਏ ਕਿ ਆਪਣੇ ਬੰਬ ਵੇਚ ਕੇ ਜਾਂ ਹਥਿਆਰ ਵੇਚ ਕੇ ਜੇ ਮੈਂ ਇਕਨੋਮੀ ਇੰਪਰੂਵ ਕਰਨੀ ਹੈ ਤੇ G20 ਦਾ ਮੇਰਾ ਖਿਆਲ ਹੈ ਕੋਈ ਰੋਲ ਇਸ 'ਚ ਰਹਿ ਨਹੀਂ ਜਾਂਦਾ, ਐਕਸੈਪਟ ਕਿ ਉਹ ਇੱਕ ਐਡਵਾਈਸ ਦੇ ਸਕਦੇ ਨੇ, ਸਮਝਾ ਸਕਦੇ ਨੇ ਕਿ ਆਪਾਂ ਨੂੰ ਲੜਾਈ ਨਹੀਂ ਕਰਨੀ ਚਾਹੀਦੀ ਜਾਂ ਕੁਝ ਥੋੜਾ ਬਹੁਤ ਇੰਟਰਵੀਨ ਕਰ ਸਕਦੇ ਨੇ। ਲੇਕਿਨ ਜਿਸ ਹਿਸਾਬ ਦੇ ਨਾਲ ਅੱਜ ਦੁਨੀਆ ਦੇ ਵਿੱਚ ਡਿਫਰੈਂਸਿਸ ਹੋ ਗਏ ਨੇ, ਲੜਾਈਆਂ ਹੋ ਰਹੀਆਂ ਨੇ, ਪਹਿਲੀ ਖਤਮ ਨਹੀਂ ਹੋਈ ਅਗਲੀ ਸ਼ੁਰੂ ਹੋ ਗਈ, ਪਤਾ ਚੱਲੇ ਦੂਜੀ ਖਤਮ ਨਹੀਂ ਹੋਈ ਹੋਰ ਕੋਈ ਮੁੱਦਾ ਸ਼ੁਰੂ ਹੋ ਗਿਆ ਤੇ ਯੂਨਾਈਟਿਡ ਨੇਸ਼ਨ ਬਿਲਕੁਲ ਹੀ ਇਸ ਵੇਲੇ ਨਾਕਾਮਯਾਬ ਹੈ ਇਸ ਕੰਮ 'ਚ ਕਿ ਅਸੀਂ ਦੋ ਕੰਟਰੀਜ਼ ਦੇ ਜਿਹੜੇ ਮੁੱਦੇ ਹੈ ਉਹਨੂੰ ਰਿਜ਼ੋਲਵ ਕਰ ਪਾਉਣ। ਜੀ ਸੰਜੀਵ ਜੀ, ਚਲੋ ਹੁਣ ਆਪਾਂ ਆਉਂਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਦੇ ਉੱਤੇ, ਕਿਉਂਕਿ ਇੰਟਰਨੈਸ਼ਨਲ ਲਾਅਸ ਕੀ ਨੇ ਔਰ ਦੋ ਤਰ੍ਹਾਂ ਦੇ ਲਾਅ ਨੇ, ਇੱਕ ਤੇ ਜ਼ਮੀਨ ਦੇ ਉੱਤੇ, ਇੱਕ ਸਮੁੰਦਰ ਦੇ ਉੱਤੇ ਹੈ, ਦੋ ਲਾਅਸ ਚੱਲਦੇ ਨੇ ਔਰ ਦੋਨੋਂ ਲਾਅਸ ਦਾ ਕਿੱਦਾਂ ਬੈਲੈਂਸ ਬਣਨਾ ਹੈ ਔਰ ਜੀਓ ਪੋਲੀਟਿਕਸ ਔਰ ਜੀਓ ਇਕਨੋਮਿਕਸ ਦੇ ਵਿੱਚ ਕੀ ਰਿਜ਼ਲਟ ਸਾਹਮਣੇ ਆਉਣੇ ਨੇ, ਇਹ ਤੇ ਕੁਝ ਦਿਨਾਂ ਬਾਅਦ ਪਤਾ ਚੱਲੇਗਾ ਜਦੋਂ ਫਿਰ ਤੋਂ ਸੀਜ਼ ਫਾਇਰ ਖੁੱਲ੍ਹੇਗੀ ਔਰ ਦੇਖਾਂਗੇ ਕਿ ਇਜ਼ਰਾਈਲ ਕੀ ਕਰਦਾ ਤੇ ਹਮਾਸ ਕੀ ਕਰਦਾ ਤੇ ਬਾਕੀ ਕੰਟਰੀਜ਼ ਇੰਟਰਨੈਸ਼ਨਲ ਕਮਿਊਨਿਟੀ ਉਹਦੇ ਉੱਤੇ ਕਿੱਦਾਂ ਰਿਐਕਟ ਕਰਦੇ ਨੇ। ਲੈਟ ਅਸ ਵੇਟ ਐਂਡ ਵਾਚ। ਔਰ ਹੁਣ ਅਸੀਂ ਭਾਰਤ ਦੇ ਮੁੱਦੇ ਤੇ ਆਈਏ, ਕਿਉਂਕਿ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੈ। 5 ਰਾਜਾਂ ਦੇ ਵਿੱਚ ਵੀ ਇਲੈਕਸ਼ਨਸ ਚੱਲ ਰਹੀਆਂ ਨੇ ਔਰ ਕਿਹਾ ਜਾਂਦਾ ਕਿ ਇੱਕ ਸੈਮੀਫਾਈਨਲ ਹੋਣ ਜਾ ਰਿਹਾ ਔਰ ਇੱਕ ਸੈਮੀਫਾਈਨਲ ਦਾ ਜੋ ਰਿਜ਼ਲਟ ਹੈ ਉਹ ਫਾਈਨਲ ਜੋ 2024 ਦਾ ਹੋਣਾ ਹੈ ਲੋਕ ਸਭਾ ਇਲੈਕਸ਼ਨਸ ਦਾ, ਉਹਦੇ ਉੱਤੇ ਇੰਪੈਕਟ ਪਾਏਗਾ, ਉਹਦਾ ਅਸਰ ਦੇਖਣ ਨੂੰ ਮਿਲੇਗਾ। ਤੁਹਾਡਾ ਐਨਾਲਿਸਿਸ ਕੀ ਕਹਿੰਦਾ ਹੈ ਕਿ ਕੀ ਲੱਗਦਾ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ? ਸੰਜੀਵ। ਯਸ਼ ਜੀ, ਮੇਰਾ ਥੋੜਾ ਜਿਹਾ ਵਿਊ ਥੋੜਾ ਜਿਹਾ ਡਿਫਰੈਂਟ ਹੈ ਜੀ ਸ਼ੋਰ। ਮੇਰਾ ਐਨਾਲਿਸਿਸ ਇਹ ਕਹਿੰਦਾ ਹੈ ਕਿ ਜਦੋਂ ਤੇ ਸਟੇਟ ਦੇ ਇਲੈਕਸ਼ਨ ਹੁੰਦੇ ਨੇ ਤੇ ਉਦੋਂ ਵੋਟਰ ਜਿਹੜਾ ਹੈ ਉਹ ਇੱਕ ਪਾਰਟਿਕੂਲਰ ਪਾਰਟੀ ਦੇ ਆ ਇੱਕ ਪਾਰਟਿਕੂਲਰ ਗਰੁੱਪ ਨੂੰ ਸਪੋਰਟ ਕਰਦਾ ਹੈ। ਲੇਕਿਨ ਜਦੋਂ ਸੈਂਟਰ 'ਚ ਇਲੈਕਸ਼ਨ ਹੁੰਦੇ ਨੇ ਜ਼ਰੂਰੀ ਨਹੀਂ ਹੈ ਕਿ ਉਹ ਵੋਟਰ ਜਿਹੜਾ ਉਸੇ ਗਰੁੱਪ ਨੂੰ ਜਾਂ ਉਸੇ ਪਾਰਟੀ ਨੂੰ ਸਪੋਰਟ ਕਰੇ। ਟਰੂ। ਸਟੇਟ ਪੋਲਿਟਿਕਸ ਅਲੱਗ ਚੀਜ਼ ਹੈ ਤੇ ਸੈਂਟਰ ਪੋਲਿਟਿਕਸ ਜਿਹਨੂੰ ਅਸੀਂ ਭਾਰਤ ਦੀ ਪੋਲਿਟਿਕਸ ਕਹਿੰਦੇ ਹਾਂ ਉਹ ਥੋੜੀ ਜਿਹੀ ਅਲੱਗ ਹੈ ਜੀ। ਕਿ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕੁਝ ਇੰਡੀਕੇਸ਼ਨ ਮਿਲ ਜਾਂਦੀ ਹੈ ਇਸ ਸੈਮੀਫਾਈਨਲ ਤੋਂ। ਲੇਕਿਨ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਸੈਮੀਫਾਈਨਲ ਜਿੱਤੇਗਾ ਉਹੀ ਫਾਈਨਲ ਜਿੱਤੇਗਾ ਤੇ ਸ਼ਾਇਦ ਆਪਾਂ ਕੁਝ ਜ਼ਿਆਦਾ ਹੀ ਵੋਟਰਾਂ ਤੋਂ ਉਮੀਦ ਕਰ ਰਹੇ ਹਾਂ। ਵੋਟਰ ਅੱਜ ਕੱਲ੍ਹ ਜਿਹੜਾ ਉਹ ਸਮਝਦਾਰ ਹੁੰਦਾ ਜਾ ਰਿਹਾ ਹੈ। ਜਦੋਂ ਸਟੇਟ ਅਸੈਂਬਲੀ ਦੇ ਇਲੈਕਸ਼ਨ ਹੁੰਦੇ ਨੇ ਅਸੀਂ ਦੇਖਿਆ ਕਿ ਸਾਰੀ ਪਾਰਟੀਆਂ ਸਾਰੇ ਗਰੁੱਪ ਜਿਹੜੇ ਹੈ ਉਹ ਕੁਛ ਨਾ ਕੁਛ ਫ੍ਰੀ 'ਚ ਜਾਂ ਕੁਛ ਨਾ ਕੁਛ ਵਾਅਦੇ ਕਰਦੇ ਨੇ ਕਿ ਅਸੀਂ ਸਟੇਟ ਦੇ ਵਿੱਚ ਇੱਕ ਕਰਾਂਗੇ। ਲੇਕਿਨ ਜਦੋਂ ਸੈਂਟਰ ਦੇ ਇਲੈਕਸ਼ਨ ਹੁੰਦੇ ਨੇ ਸ਼ਾਇਦ ਇਹ ਵਾਅਦੇ ਉਦੋਂ ਸੈਂਟਰ ਗਵਰਨਮੈਂਟ 'ਚ ਜਿਹੜਾ ਆਏਗਾ ਉਹ ਨਹੀਂ ਕਰ ਪਾਉਂਦਾ। ਇਸ ਕਰਕੇ ਹਾਲਾਂਕਿ ਕੁਝ ਇੰਡੀਕੇਸ਼ਨ ਜ਼ਰੂਰ ਮਿਲੇਗੀ ਇਸ ਇਲੈਕਸ਼ਨਾਂ ਤੋਂ, ਲੇਕਿਨ ਉਹੀ ਚੀਜ਼ ਰਿਪੀਟ ਹੋਏਗੀ 24 ਚ ਵਿੱਚ ਉਹ ਕਹਿਣਾ ਥੋੜਾ ਜਿਹਾ ਹਲੇ ਮੁਸ਼ਕਿਲ ਹੈ। ਰਾਈਟ। ਵੈਸੇ ਤੁਹਾਨੂੰ ਕੀ ਲੱਗਦਾ ਕਿ ਜੋ ਟੀਮ ਐਨਡੀਏ ਹੈ ਔਰ ਟੀਮ ਇੰਡੀਆ ਹੈ, ਦੋਵੇਂ ਫਰੰਟ ਇਸ ਵਕਤ ਆਪਸ ਦੇ ਵਿੱਚ ਮੁਕਾਬਲਾ ਕਰਨ ਜਾ ਰਹੇ ਨੇ, ਕੀ ਲੱਗਦਾ ਕਿ ਕਿਹਦਾ ਜ਼ਿਆਦਾ ਪਲੜਾ ਭਾਰੀ ਹੈ, ਕਿਹਦਾ ਪਲੜਾ ਥੋੜਾ ਜਿਹਾ ਹਜੇ ਬੈਲੈਂਸ ਨਹੀਂ ਹੋ ਰਿਹਾ? ਵਾਟ ਡੂ ਯੂ ਥਿੰਕ ਕਿ ਟੀਮ ਇੰਡੀਆ ਕੰਪੀਟ ਕਰ ਸਕੇਗੀ ਟੀਮ ਐਨਡੀਏ ਨੂੰ? ਵਾਟ ਡੂ ਯੂ ਸੇ? ਮੇਰਾ ਇੱਕੋ ਹੀ ਵਿਊ ਹੈ ਕਿ ਅੱਜ ਕੱਲ ਜਿਹੜਾ ਵੋਟਰ ਹੈ ਉਹ ਸਮਝਦਾਰ ਹੁੰਦਾ ਜਾ ਰਿਹਾ ਹੈ ਜੀ। ਜਦੋਂ ਅਸੀਂ ਸੈਂਟਰ ਦੇ ਵਿੱਚ ਇਲੈਕਸ਼ਨਾਂ ਦੀ ਲੜਾਈ ਲੜਨਗੇ ਤੇ ਉਦੋਂ ਸਾਨੂੰ ਇੰਸਟੈਡ ਆਫ ਇਹ ਕਿ ਅਸੀਂ ਇਹ ਕਹੀਏ ਕਿ ਇਸ ਗਰੁੱਪ ਨੇ ਜਾਂ ਇਸ ਪਾਰਟੀ ਨੇ ਕੁਝ ਨਹੀਂ ਕੀਤਾ, ਇਹ ਗਲਤ ਕੰਮ ਕੀਤੇ, ਚਾਹੇ ਉਹ 1947 ਤੋਂ ਲੈ ਕੇ 2000 ਤੱਕ ਸੀਗੇ, ਚਾਹੇ ਆਪਾਂ ਪਿਛਲੇ 8-9 ਸਾਲ ਦੀ ਗੱਲ ਕਰੀਏ, ਅਸੀਂ ਨੈਗੇਟਿਵ ਵਿਊਜ਼ ਦੇ ਨਾਲ ਸ਼ਾਇਦ ਇਲੈਕਸ਼ਨ ਜਿੱਤਣਾ ਮੁਸ਼ਕਲ ਹੋ ਜਾਏਗਾ। ਜੇ ਅਸੀਂ ਇਹ ਗੱਲ ਕਰਾਂਗੇ ਚਾਹੇ ਉਹ ਐਨਡੀਏ ਕਰੇ ਚਾਹੇ ਉਹ ਇੰਡੀਆ ਕਰੇ ਕਿ ਅਸੀਂ ਅੱਗੇ ਕਿੱਦੇ ਲੈ ਕੇ ਜਾਣਾ ਹੈ, ਜੇ ਸਾਡੀ ਐਕਸਟਰਨਲ ਅਫੇਅਰਸ ਦੀ ਪਾਲਿਸੀ ਠੀਕ ਨਹੀਂ ਹੈ ਤਾਂ ਕੀ ਹੋਣੀ ਚਾਹੀਦੀ ਹੈ, ਜੇ ਸਾਡੀ ਇਕਨੋਮਿਕ ਪਾਲਿਸੀ ਠੀਕ ਨਹੀਂ ਹੈ ਤਾਂ ਸਾਡੀ ਇਕਨੋਮਿਕ ਪਾਲਿਸੀ ਕੀ ਹੋਏਗੀ, ਉਸ ਬੇਸ ਤੇ ਜੇ ਅਸੀਂ ਇਲੈਕਸ਼ਨ ਲੜਾਂਗੇ ਤਾਂ ਸਾਨੂੰ ਫਾਇਦਾ ਹੈ। ਜੇ ਅਸੀਂ ਇਹੀ ਕਹਿੰਦੇ ਰਹਾਂਗੇ ਕਿ ਇਸ ਪਾਰਟਿਕੂਲਰ ਗਰੁੱਪ ਨੇ
ਪਿਛਲੇ 70 ਸਾਲਾਂ 'ਚ ਕੁਛ ਨਹੀਂ ਕੀਤਾ ਤੇ ਅਸੀਂ 9 ਸਾਲਾਂ 'ਚ ਕਰਤਾ, ਜਾਂ ਉਹ ਇਹ ਕਹਿੰਦੇ ਰਹਿਣਗੇ 9 ਸਾਲਾਂ 'ਚ ਇਕਨੋਮੀ ਖਰਾਬ ਹੋ ਗਈ, ਪਹਿਲਾਂ ਠੀਕ ਸੀਗੀ, ਤਾਂ ਸ਼ਾਇਦ ਜਿਹੜਾ ਇਲੈਕਸ਼ਨ ਜਿਹੜਾ ਹੈ ਉਹਦਾ ਰਿਜ਼ਲਟ ਕੁਝ ਡਿਫਰੈਂਟ ਹੋ ਸਕਦਾ ਹੈ। ਪੋਜ਼ਿਟਿਵ ਗੱਲ ਕਰੀਏ, ਅੱਗੇ ਵਧਣ ਦੀ ਗੱਲ ਕਰੀਏ ਕਿ ਅੱਗੇ ਕੰਟਰੀ ਨੂੰ ਕਿੱਦਾਂ ਲੈ ਕੇ ਜਾਣਾ ਹੈ, ਸ਼ਾਇਦ ਉਹ ਗਰੁੱਪ ਉਹ ਦੂਸਰੇ ਗਰੁੱਪ ਤੇ ਹਾਵੀ ਹੋ ਸਕਦਾ ਹੈ। ਸੰਜੀਵ ਜੀ, ਇੱਕ ਬੜਾ ਹਾਈਪੋਥੈਟੀਕਲ ਕੁਐਸਚਨ ਮੈਂ ਪੁੱਛਣ ਲੱਗਾ। ਹਰ ਪਾਰਟੀ ਕਹਿੰਦੀ ਹੈ ਕਿ ਅਸੀਂ ਭਾਰਤ ਦਾ ਕਲਿਆਣ ਕਰਨਾ, ਭਾਰਤ ਦੇ ਲੋਕਾਂ ਦਾ ਕਲਿਆਣ ਕਰਨਾ, ਸਭ ਨੇ ਮਿਲ ਕੇ ਅਸੀਂ ਅੱਗੇ ਆਉਣਾ ਹੈ ਔਰ ਵਿਕਾਸ ਕਰਨਾ ਔਰ ਅੱਗੇ ਵਧਣਾ ਹੈ, ਦੇਸ਼ ਦੇ ਵਿੱਚ ਸੁਪਰ ਪਾਵਰ ਪੈਦਾ ਕਰਨੀ ਹੈ। ਆਈ ਥਿੰਕ ਕਿ ਜੇ ਤੁਸੀਂ ਸਭ ਨੂੰ ਬੇਸਿਕ ਸਹੂਲਤਾਂ ਦੇ ਦਿਓ, ਐਜੂਕੇਸ਼ਨ ਹੈ, ਸਿਹਤ ਹੈ, ਰੋਟੀ ਕੱਪੜਾ ਮਕਾਨ ਹੈ, ਇਨਫਰਾਸਟ੍ਰਕਚਰ ਹੈ, ਇਹ ਤਮਾਮ ਉਹਨਾਂ ਦਾ ਜੀਵਨ ਸੁਖਦਾਈ ਬਣਾਓ, ਉਹਨਾਂ ਦੀ ਕੁਆਲਿਟੀ ਆਫ ਲਾਈਫ ਬਣਾਓ, ਤਾਂ ਆਪਣੇ ਆਪ ਅਸੀਂ ਬਣ ਗਏ ਹਾਂ ਵਿਸ਼ਵ ਗੁਰੂ ਤੇ ਆਪਣੇ ਆਪ ਅਸੀਂ ਬਣ ਗਏ ਹਾਂ ਸੁਪਰ ਪਾਵਰ। ਸਾਨੂੰ ਇਹ ਡੰਕਾ ਵਜਾਉਣ ਦੀ, ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਸੁਪਰ ਪਾਵਰ ਹਾਂ, ਅਸੀਂ ਵਿਸ਼ਵ ਗੁਰੂ ਹਾਂ, ਸਾਡੇ ਕੰਮ ਦੱਸਦੇ ਨੇ। ਔਰ ਜਦੋਂ ਹਰ ਪਾਰਟੀ ਕਹਿੰਦੀ ਹੈ ਅਸੀਂ ਭਾਰਤ ਦਾ ਕਲਿਆਣ ਕਰਨਾ, ਭਾਰਤ ਦੇ ਲੋਕਾਂ ਦਾ ਕਲਿਆਣ ਕਰਨਾ ਹੈ, ਤਾਂ ਮਿਲ ਜੁਲ ਕੇ ਕਲਿਆਣ ਕਿਉਂ ਨਹੀਂ ਕਰ ਲੈਂਦੇ? ਇਹ ਪਾਰਟੀ ਫੰਡ ਇਲੈਕਸ਼ਨਸ ਤੇ ਕਿਉਂ ਖਰਚ ਕਰਦੇ ਨੇ? ਲੋਕਾਂ ਦੇ ਕਲਿਆਣ ਦੇ ਉੱਤੇ ਖਰਚ ਕਰਦੇ ਹੋ ਨਾ। ਤੁਹਾਡੇ ਕੋਲ ਕਰੋੜਾਂ ਰੁਪਏ ਦੇ ਪਾਰਟੀ ਫੰਡਸ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ ਜਾਂ ਬਾਕੀ ਪਾਰਟੀਆਂ ਵੀ ਨੇ, ਕਰੋੜਾਂ ਦੇ ਫੰਡ ਨੇ। ਇਹਨਾਂ ਨੂੰ ਲਗਾ ਦਿਓ ਨਾ, ਕਰ ਦਿਓ ਕਲਿਆਣ ਭਾਰਤ ਦਾ ਤੇ ਭਾਰਤ ਦੇ ਲੋਕਾਂ ਦਾ। ਆਈ ਨੋ ਇਟ ਇਜ਼ ਅ ਹਾਈਪੋਥੈਟੀਕਲ ਕੁਐਸਚਨ, ਬਟ ਵਾਈ ਡੋਂਟ ਦੇ ਡੂ ਦਿਸ? ਸੰਜੀਵ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਇਲੈਕਸ਼ਨਾਂ ਦੇ ਉੱਪਰ ਇੰਨਾ ਖਰਚਾ ਕਰ ਦਿੰਦੇ ਆ ਔਰ ਜਿਹੜਾ ਅਸੀਂ ਰਿਕਾਰਡ ਵੀ ਨਹੀਂ ਕਰਦੇ, ਮਤਲਬ ਇੰਨਾ ਜ਼ਿਆਦਾ ਖਰਚਾ ਹੋ ਜਾਂਦਾ ਹੈ। ਕਾਹਦੇ ਲਈ? ਸਿਰਫ ਇਸ ਕਰਕੇ ਕਿ ਮੈਂ ਸੱਤਾ 'ਚ ਆ ਜਾਵਾਂ। ਜੀ, ਫਿਰ ਉਹੀ ਗੱਲ ਕਿ ਜਿਹੜਾ ਬਿਲੋ ਦੀ ਪਾਵਰਟੀ ਲਾਈਨ ਹੈ ਜਾਂ ਜਿਹਨੂੰ ਰੋਜ਼ੀ ਰੋਟੀ ਨਹੀਂ ਮਿਲ ਰਹੀ, ਉਹਨੂੰ ਜੇ ਅਸੀਂ ਰੋਜ਼ੀ ਰੋਟੀ ਦਈਏ, ਉਹਦੇ ਲਈ ਕੋਈ ਸਕੀਮਾਂ ਬਣਾਈਏ, ਉਹਦੇ ਲਈ ਅਸੀਂ ਇਹ ਖਰਚਾ ਕਰੀਏ, ਤਾਂ ਸ਼ਾਇਦ ਅੱਜ ਭਾਰਤ ਜਿਹੜਾ ਹੈ ਉਹ ਇੱਕ ਸੁਪਰ ਪਾਵਰ ਬਣ ਚੁੱਕਿਆ ਹੁੰਦਾ, ਇੱਕ ਵਰਲਡ ਦੀ ਇਕਨੋਮੀ ਇੰਨੀ ਗਰੋ ਕਰਵਾ ਚੁੱਕਿਆ ਹੁੰਦਾ ਕਿ ਉਹਦਾ ਇੱਕ ਨਾਮ ਹੁੰਦਾ। ਲੇਕਿਨ ਸਾਡਾ ਜਿਹੜਾ ਮੁੱਦਾ ਉਹ ਕਲਿਆਣ ਦਾ ਘੱਟ ਹੈ ਤੇ ਸੱਤਾ 'ਚ ਰਹਿਣ ਦਾ ਜ਼ਿਆਦਾ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਇਲੈਕਸ਼ਨ ਕੈਂਪੇਨ ਹੁੰਦੇ ਆ, ਅਸੀਂ ਇੱਕ ਦੂਜੇ ਦੀ ਜਿਹੜੀ ਹੈ ਉਹ ਗਲਤੀਆਂ ਲੋਕਾਂ ਨੂੰ ਦੱਸਦੇ ਰਹਿੰਦੇ ਆ ਕਿ ਉਹਨੇ ਇਹ ਗਲਤ ਕੀਤਾ, ਉਹਨੇ ਇਹ ਪੈਸੇ ਖਾ ਲਿੱਤੇ, ਉਹਨੇ ਕਰਪਸ਼ਨ ਕਰ ਲਿੱਤੀ। ਅੱਗੇ ਕਿੱਦਾਂ ਵਧਣਾ ਹੈ, ਇਹ ਪਾਲਿਸੀ ਕੋਈ ਡਿਕਲੇਅਰ ਨਹੀਂ ਕਰਨ ਨੂੰ ਤਿਆਰ। ਔਰ ਜੇ ਅਸੀਂ ਇਹ ਪਾਲਿਸੀ ਬਣਾਈਏ ਕਿ ਅਸੀਂ ਅੱਗੇ ਕਿੱਥੋਂ ਵਧਣਾ ਹੈ ਤੇ ਉਹਦੇ ਲਈ ਪੈਸਾ ਕਿੱਥੋਂ ਆਣਾ ਹੈ, ਪਾਰਟੀ ਫੰਡ ਚੋਂ ਮੈਂ ਇਹ ਕੰਮ ਕਰਾਂਗਾ, ਮੈਂ ਜਿਹੜੀ ਡੋਨੇਸ਼ਨਾਂ ਮੈਨੂੰ ਮਿਲ ਰਹੀਆਂ ਪਾਰਟੀ ਫੰਡ ਲਈ, ਉਹਦੀ ਬਜਾਏ ਮੈਂ ਲੋਕਾਂ ਦੇ ਲਗਾਵਾਂਗਾ, ਤੇ ਸ਼ਾਇਦ ਭਾਰਤ ਦਾ ਕਲਿਆਣ ਹੁਣ ਤੱਕ ਹੋ ਚੁੱਕਿਆ ਹੁੰਦਾ ਜਾਂ ਅਗਲੇ ਕੁਝ ਸਾਲਾਂ 'ਚ ਹੋ ਜਾਏਗਾ। ਜੀ ਸੰਜੀਵ ਜੀ, ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਔਰ ਸਾਡਾ NRI ਭਾਈਚਾਰਾ ਜੋ ਪੰਜਾਬ ਤੋਂ ਹੈ, ਉਹਦਾ ਖਾਸ ਪੁਆਇੰਟ ਆਫ ਵਿਊ ਰਹਿੰਦਾ ਪੰਜਾਬ ਦੇ ਉੱਤੇ ਕਿ ਅੱਜ ਤੋਂ 2 ਦਿਨਾਂ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ, ਵਿੰਟਰ ਸੈਸ਼ਨ ਸਾਡੀ ਇੱਥੇ ਵਿਧਾਨ ਸਭਾ ਦਾ 28 ਤੇ 29 ਨੂੰ ਹੈ। ਔਰ ਇਹਦੇ ਵਿੱਚ ਤੁਹਾਨੂੰ ਉਮੀਦ ਲੱਗਦੀ ਹੈ ਕਿ ਕੋਈ ਐਸੇ ਮਤੇ, ਕੋਈ ਐਸੇ ਬਿੱਲ ਪਾਸ ਹੋਣਗੇ ਜਿਸ ਨਾਲ ਪੰਜਾਬ ਦਾ ਕਲਿਆਣ ਹੋਏਗਾ, ਔਰ ਉਸ ਤੋਂ ਬਾਅਦ ਉਹ ਬਿੱਲ ਜਦੋਂ ਸਾਡੇ ਗਵਰਨਰ ਸਾਹਿਬ ਕੋਲ ਜਾਣਗੇ, ਉਹ ਉਹਨੂੰ ਪਾਸ ਕਰਕੇ ਉਹਦੇ ਉੱਤੇ ਸਿਗਨੇਚਰ ਕਰ ਦੇਣਗੇ, ਅਪਰੂਵਡ, ਔਰ ਉਹਦੇ ਮੁਤਾਬਿਕ ਪੰਜਾਬ ਦੇ ਵਿੱਚ ਵਿਕਾਸ ਸ਼ੁਰੂ ਹੋ ਜਾਏਗਾ। ਕੀ ਲੱਗਦਾ ਤੁਹਾਨੂੰ? ਪੰਜਾਬ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਹੈ ਇਕੁਏਸ਼ਨ ਜਿਹੜੀ ਹੈ ਭਗਵੰਤ ਮਾਨ ਜੀ ਪੰਜਾਬ ਦੇ ਚੀਫ ਮਿਨਿਸਟਰ ਤੇ ਗਵਰਨਰ ਦੇ ਵਿੱਚ ਜਿਹੜੀ ਤਾਲਮੇਲ ਨਹੀਂ ਬੈਠੀ ਹੋਈ, ਇਹਦਾ ਅੱਜ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ, ਜਿਹੜੇ ਬਿੱਲ ਅਸੀਂ ਪਾਸ ਕਰਦੇ ਵੀ ਆ ਪੰਜਾਬ ਦੀ ਅਸੈਂਬਲੀ ਦੇ ਵਿੱਚ, ਉਹ ਗਵਰਨਰ ਸਾਹਿਬ ਰੋਕ ਲੈਂਦੇ ਨੇ, ਫਿਰ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪੈਂਦਾ ਹੈ, ਉਨੀ ਦੇਰ ਨੂੰ ਬਿੱਲ ਸਾਈਨ ਹੋ ਜਾਂਦੇ ਨੇ। ਮਤਲਬ ਜਦ ਤੱਕ ਇਹ ਦੋ ਵੱਡੀਆਂ ਸ਼ਖਸੀਅਤਾਂ ਆਪਸ 'ਚ ਮਿਲ ਬੈਠ ਕੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਨਗੇ, ਜਿੰਨੇ ਮਰਜ਼ੀ ਬਿੱਲ ਪਾਸ ਕਰ ਲਈਏ ਉਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਪੰਜਾਬ ਇਸ ਵੇਲੇ ਬਹੁਤ ਹੀ ਜ਼ਿਆਦਾ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ। ਰੀਜ਼ਨਸ ਵੱਖ-ਵੱਖ ਹੋ ਸਕਦੇ ਨੇ, ਲੇਕਿਨ ਹੁਣ ਟਾਈਮ ਇਹ ਹੈ ਕਿ ਅਸੀਂ ਹੋਰ ਕਰਜ਼ਾ ਨਹੀਂ ਲੈ ਸਕਦੇ, ਚਾਹੇ ਉਹ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੇ, ਚਾਹੇ ਪੰਜਾਬ ਦੇ ਗਵਰਨਰ ਨੇ। ਇਹ ਆਪਸ 'ਚ ਬੈਠ ਕੇ ਕਿਉਂ ਨਹੀਂ ਇਹ ਕਰਦੇ ਕਿ ਅਸੀਂ ਪੰਜਾਬ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ।
ਜੀ। ਇਹ ਜਿਹੜੀ ਸਿਆਸਤੀਆਂ ਗੱਲਾਂ ਹੁੰਦੀਆਂ ਕਿ ਜੀ ਉਹ ਇੱਕ ਪਾਰਟੀ ਦੇ ਨੇ, ਉਹ ਦੂਜੀ ਪਾਰਟੀ ਤੋਂ ਨੇ, ਉਹਨੂੰ ਕਿਸੇ ਦਿਨ ਤਾਂ ਸਾਨੂੰ ਖਤਮ ਕਰਨਾ ਪਏਗਾ, ਜੇ ਅਸੀਂ ਸ਼ੋਰ। ਲੋਕਾਂ ਦੀ ਗੱਲ ਕਰੀਏ। ਜੇ ਅਸੀਂ ਨਹੀਂ ਖਤਮ ਕਰਾਂਗੇ ਤਾਂ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਹੈ ਕਿ ਪੰਜਾਬ ਖਤਮ ਹੋ ਜਾਏਗਾ। ਜੀ ਸੰਜੀਵ ਜੀ, ਕਿਉਂਕਿ ਕਾਫੀ ਰਿਸਕੀ ਪੋਜੀਸ਼ਨ ਬਣੀ ਹੋਈ ਹੈ ਔਰ ਇਹ ਕੋਈ ਗੱਲ ਨਹੀਂ ਬਣਦੀ ਕਿ ਇੱਕ ਦੂਜੇ ਦਾ ਰਾਹ ਕਿਵੇਂ ਡੱਕਣਾ, ਇੱਕ ਦੂਜੇ ਦਾ ਰਾਹ ਕਿਵੇਂ ਰੋਕਣਾ, ਕਿਉਂਕਿ ਜਦੋਂ ਨਤੀਜਾ ਨਿਕਲਦਾ ਤਾਂ ਤੁਸੀਂ ਸਟੇਟ ਦੇ ਵਿਕਾਸ ਦਾ ਰਾਹ ਰੋਕ ਰਹੇ ਹੁੰਦੇ ਹੋ, ਤੁਸੀਂ ਲੋਕਾਂ ਦੇ ਕਲਿਆਣ ਦਾ ਰਾਹ ਰੋਕ ਰਹੇ ਹੁੰਦੇ ਹੋ। ਇਸ ਕਰਕੇ ਇਹ ਜੋ ਪੋਲੀਟੀਕਲ ਆਪਸ ਦੇ ਵਿੱਚ ਲਾਗਤਬਾਜ਼ੀ ਹੈ ਔਰ ਪੋਲੀਟੀਕਲ ਨਾਰਾਜ਼ਗੀ ਹੈ, ਇਹ ਕਿਸੇ ਵੀ ਤਰ੍ਹਾਂ ਨਾਲ ਸਟੇਟ ਦੇ ਹੱਕ ਦੇ ਵਿੱਚ ਨਹੀਂ ਹੈ, ਸਟੇਟ ਦੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈ। ਖੈਰ, ਗਵਰਨਰ ਸਾਹਿਬ ਨੇ ਕਿਸਾਨਾਂ ਨੂੰ ਵੀ ਸਮਾਂ ਦਿੱਤਾ ਹੈ ਮਿਲਣ ਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਜਥੇਬੰਦੀਆਂ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਦੀਆਂ ਨੇ ਔਰ ਮਸਲੇ ਹੱਲ ਕਰਨ ਦਾ ਕਾਫੀ ਹੱਦ ਤੱਕ ਕੰਮ ਕਰਦੀਆਂ ਨੇ। ਔਰ ਮਾਨ ਸਾਹਿਬ ਨੇ ਇਹ ਵੀ ਕਿਹਾ ਹੈ ਕਿਸਾਨ ਗਰੁੱਪਸ ਨੂੰ ਕਿ ਤੁਸੀਂ ਇਹ ਰੋਜ਼ ਦੇ ਨਿੱਤ ਦੇ ਧਰਨੇ ਜ਼ਰਾ ਇਹਤਿਆਤ ਨਾਲ ਲਗਾਓ, ਕਿਉਂਕਿ ਇੱਦਾਂ ਆਮ ਪਬਲਿਕ ਨੂੰ ਬੜੀ ਤੰਗੀ ਹੁੰਦੀ ਹੈ। ਕਿਤੇ ਇਹ ਨਾ ਹੋਵੇ ਕਿ ਅਸਲੀ ਪਾਵਰ ਜਿਹੜੀ ਤੁਹਾਡੀ ਹੈ ਉਹ ਐਨ ਲੋਕ ਪੰਜਾਬ ਦੇ, ਤੇ ਕਿਤੇ ਪੰਜਾਬ ਦੇ ਲੋਕ ਹੀ ਤੁਹਾਡੇ ਖਿਲਾਫ ਨਾ ਹੋ ਜਾਣ, ਤੁਹਾਡੀ ਪਾਵਰ ਹੀ ਤੁਹਾਡੇ ਖਿਲਾਫ ਨਾ ਹੋ ਜਾਏ। ਇਸ ਗੱਲ ਦਾ ਧਿਆਨ ਰੱਖੋ। ਖੈਰ, ਇਹ ਵੀ ਸੀਐਮ ਦਾ ਆਪਣਾ ਪੁਆਇੰਟ ਆਫ ਵਿਊ ਹੈ। ਸੋ ਹੋਪਫੁਲੀ ਇਸ ਸੈਸ਼ਨ ਦੇ ਵਿੱਚ ਚੰਗੇ ਫੈਸਲੇ ਹੋਣਗੇ ਜੋ ਪੰਜਾਬ ਦੇ ਹਿੱਤ ਦੇ ਵਿੱਚ ਹੋਣਗੇ ਔਰ ਗਵਰਨਰ ਸਾਹਿਬ ਉਹਨਾਂ ਨੂੰ ਜ਼ਰੂਰ ਪਾਸ ਕਰਨਗੇ ਔਰ ਪੰਜਾਬ ਦਾ ਕਲਿਆਣ ਹੋਏਗਾ ਔਰ ਉਸੇ ਤਰ੍ਹਾਂ ਭਾਰਤ ਦਾ ਵੀ ਕਲਿਆਣ ਹੋਏਗਾ ਔਰ ਪੂਰੇ ਵਿਸ਼ਵ ਦਾ ਵੀ ਕਲਿਆਣ ਹੋਏਗਾ। ਜੋ ਸਾਡੀ ਸੰਸਕ੍ਰਿਤੀ ਦਾ ਸੰਦੇਸ਼ ਹੈ ਕਿ ਸਾਰੀ ਦੁਨੀਆ ਇੱਕ ਪਰਿਵਾਰ ਹੈ ਤੇ ਸਭ ਦਾ ਕਲਿਆਣ ਹੋਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਸੰਜੀਵ ਜੀ, ਇਹਨਾਂ ਵਿਸ਼ਿਆਂ ਦੇ ਉੱਤੇ ਤੁਸੀਂ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਸਰ। ਨਮਸਕਾਰ, ਥੈਂਕ ਯੂ ਸੋ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਹਨਾਂ ਵਿਸ਼ਿਆਂ ਦੇ ਉੱਤੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਆਪਣੇ ਆਈਡੀਆਜ਼, ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।